ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਤੁਹਾਡੀ ਬੁੱਕ ਦਾ ਲਾਸਟ ਲੈਸਨ 12th ਰੋਜ਼ੀਜ਼ ਮੀਟਿੰਗ ਵਿਦ ਨੈਸੀ। ਰੋਜ਼ੀ ਦੀ ਨੈਸੀ ਦੇ ਨਾਲ ਮੁਲਾਕਾਤ। ਸੋ ਸਟਾਰਟ ਕਿੰਨਾ ਕਰੀਏ ਐਕਟੀਵਿਟੀ ਫਸਟ ਨਾਲ। ਨਵੇਂ ਵਰਡਸ, ਮੀਨਿੰਗ, ਪ੍ਰੋਨਾਂਸੀਏਸ਼ਨ। ਰਿਪਲਸ ਹੁੰਦੀ ਹੈ ਲਹਿਰ। ਸੈਕਿੰਡ ਕੀ ਹੈ ਡੇਂਜਰਸ, ਖਤਰਨਾਕ। ਥਰਡ ਰਨ ਪਾਸਟ ਹੁੰਦਾ ਉਸ ਤੋਂ ਅੱਗੇ ਭੱਜੋ। ਜੇ ਪੰਜਾਬੀ ਚ ਮੀਨਿੰਗ ਲਿਖਣਾ ਹੋਵੇ ਤੋਂ ਅੱਗੇ ਭੱਜੋ। ਮਰਜਡ ਆਪਣੇ ਵਿੱਚ ਮਿਲਾ ਲੈਣਾ। ਨੈਕਸਟ ਹੈ ਹਰਬੀਵੋਰ ਹੁੰਦੇ ਸ਼ਾਕਾਹਾਰੀ। ਕ੍ਰੀਏਚਰ ਪ੍ਰਾਣੀ। ਸਕੇਅਰਡ ਡਰ ਜਾਣਾ। ਮੌਨਸਟਰ ਦੈਂਤ ਰਾਖਸ਼ਸ। ਓਕੇ, ਲੈਟਸ ਰੀਡ ਦ ਸਟੋਰੀ। ਰੋਜ਼ੀ had come to visit her aunt Tina in Scotland ਦੇਸ਼ ਦੇ ਵਿੱਚ ਰੋਜ਼ੀ ਆਪਣੀ ਆਂਟੀ ਟੀਨਾ ਨੂੰ ਮਿਲਣ ਆਈ, which is in the north of the United Kingdom। ਸਕਾਟਲੈਂਡ ਕਿੱਥੇ ਹੈ? ਜੋ ਕਿ ਯੂਨਾਈਟਿਡ ਕਿੰਗਡਮ ਦੇ ਉੱਤਰ ਵਿੱਚ ਸਥਿਤ ਹੈ। Her aunt lived near the Loch Ness। ਉਸ ਦੇ ਆਂਟੀ ਜੀ Loch Ness ਦੇ ਨੇੜੇ ਰਹਿੰਦੇ ਸਨ। Loch Ness is a deep lake। Loch Ness ਇੱਕ ਡੂੰਗੀ ਝੀਲ ਹੈ। Loch Ness ਦੀਆਂ ਕਹਾਣੀਆਂ ਵੀ ਵੈਸੇ ਫੇਮਸ ਹਨ। Loch Ness ਨਾਮ ਇੱਕ ਮੌਨਸਟਰ ਦੇ ਨਾਮ ਦੇ ਨਾਲ ਵੀ ਜੁੜਿਆ ਹੋਇਆ ਹੈ। ਸ਼ਾਇਦ ਇਸ ਕਹਾਣੀ ਵਿੱਚ ਉਸੇ ਬਾਰੇ ਹੀ ਕੋਈ ਗੱਲ ਹੋਵੇ। ਆਓ ਆਪਾਂ ਅੱਗੇ ਪੜ੍ਹਦੇ ਹਾਂ, ਫਿਰ ਪਤਾ ਚੱਲੇਗਾ। Rosie felt bored at her aunt's home। ਰੋਜ਼ੀ ਨੇ ਆਪਣੀ ਆਂਟੀ ਦੇ ਘਰ ਬਹੁਤ ਬੋਰਿੰਗ, ਨੀਰਸ ਮਹਿਸੂਸ ਕੀਤਾ। ਆਂਟ ਟੀਨਾ ਆਂਟੀ, I want to go down to the lake। ਮੈਂ ਲੇਕ ਜਾਣਾ ਚਾਹੁੰਦੀ ਹਾਂ। ਲੇਕ ਕੀ ਹੁੰਦਾ? ਝੀਲ। I am feeling bored। ਮੈਂ ਬੋਰ ਮਹਿਸੂਸ ਕਰ ਰਹੀ ਹਾਂ। She said ਉਸਨੇ ਕਿਹਾ। Her aunt said ਉਸਦੀ ਆਂਟੀ ਨੇ ਕਿਹਾ। Sure Rosie, ਹਾਂ ਯਕੀਨਨ ਰੋਜ਼ੀ, you may ਤੂੰ ਜਾ ਸਕਦੀ ਹੈ। What will you do there? ਤੂੰ ਉੱਥੇ ਕੀ ਕਰੇਂਗੀ? I will throw some stones into the water and watch the ripples। ਮੈਂ ਕੁਝ ਪੱਥਰ ਪਾਣੀ 'ਚ ਸੁੱਟਾਂਗੀ ਤੇ ਉਹਦੀਆਂ ਲਹਿਰਾਂ ਬਣਦੀਆਂ ਦੇਖਾਂਗੀ। said ਰੋਜ਼ੀ ਨੇ ਕਿਹਾ। Don't go too near the lake। ਉਸ ਲੇਕ ਦੇ ਜ਼ਿਆਦਾ ਨੇੜੇ ਨਹੀਂ ਜਾਣਾ। It is very deep and dangerous। ਇਹ ਬਹੁਤ ਡੂੰਘੀ ਅਤੇ ਖਤਰਨਾਕ ਹੈ। said aunt ਟੀਨਾ ਆਂਟੀ ਨੇ ਕਿਹਾ। Rosie ran out of the door। ਰੋਜ਼ੀ ਬੂਹੇ ਵੱਲੋਂ ਬਾਹਰ ਵੱਲ ਭੱਜੀ ਗਈ। then to the lake ਅਤੇ ਫਿਰ ਲੇਕ ਚਲੇਗੀ। She ran past a board that read। ਉਹ ਉਸ ਬੋਰਡ ਤੋਂ ਵੀ ਅੱਗੇ ਚਲੇਗੀ ਜੀ, ਜਿੱਥੇ ਲਿਖਿਆ ਹੋਇਆ ਸੀ Loch Ness, home of the famous Loch Ness monster। ਕਿ ਇਹ Loch Ness ਹੈ ਜੋ ਕਿ ਫੇਮਸ Loch Ness monster ਦਾ ਘਰ ਹੈ। Rosie read the board and smiled। ਰੋਜ਼ੀ ਨੇ ਉਸ ਬੋਰਡ ਨੂੰ ਪੜ੍ਹਿਆ ਅਤੇ ਮੁਸਕਰਾਈ। Her parents had told her। ਉਸ ਦੇ ਮਾਤਾ ਪਿਤਾ ਨੇ ਉਸ ਨੂੰ ਦੱਸਿਆ ਸੀ that there was no such thing। ਕਿ ਉੱਥੇ ਇਹੋ ਜਿਹੀ ਕੋਈ ਚੀਜ਼ ਨਹੀਂ ਹੈ, ਕੋਈ ਮੌਨਸਟਰ ਨਹੀਂ ਹੈ। It was a myth। ਇਹ ਇੱਕ ਮਿਥਿਹਾਸ ਹੀ ਹੈ, ਲੋਕਾਂ ਦੀ ਘੜੀ ਘੜਾਈ ਗੱਲ ਹੈ। Rosie believed them। ਤੇ ਰੋਜ਼ੀ ਆਪਣੇ ਮਾਤਾ ਪਿਤਾ 'ਚ ਵਿਸ਼ਵਾਸ ਰੱਖਦੀ ਸੀ। Reaching the lake shore। ਉਸ ਝੀਲ ਦੇ ਕੰਢੇ ਪਹੁੰਚ ਕੇ she looked around for some small stones। ਉਸਨੇ ਆਸੇ-ਪਾਸੇ ਕੁਝ ਛੋਟੇ ਪੱਥਰ ਲੱਭੇ that she could throw in the lake। ਜਿਹੜੇ ਕਿ ਉਹ ਲੇਕ ਵਿੱਚ ਸੁੱਟ ਸਕਦੀ। She gathered a few। ਉਹਨਾਂ ਵਿੱਚੋਂ ਉਸਨੇ ਕੁਝ ਇਕੱਠੇ ਕੀਤੇ and put them in her pocket after counting them। ਅਤੇ ਉਹਨਾਂ ਨੂੰ ਗਿਣ ਕੇ ਆਪਣੀ ਪਾਕਟ ਵਿੱਚ ਰੱਖ ਲਿਆ। She looked for a nice spot to sit। ਉਸਨੇ ਅੱਛੀ ਜਗ੍ਹਾ ਬੈਠਣ ਲਈ ਲੱਭੀ and found a big rock near the lake। ਅਤੇ ਲੇਕ ਦੇ ਨੇੜੇ ਵੱਡੀ ਚੱਟਾਨ ਤੇ ਉਹ ਬੈਠ ਗਈ। She started throwing the stones as far as she could। ਉਸਨੇ ਲੇਕ ਦੇ ਵਿੱਚ ਪੱਥਰ ਸੁੱਟਣੇ ਸ਼ੁਰੂ ਕੀਤੇ ਜਿੰਨੀ ਦੂਰ ਤੱਕ ਉਹ ਸੁੱਟ ਸਕਦੀ ਸੀ। Each stone said splash। ਹਰ ਸਟੋਨ ਦੇ ਪਾਣੀ 'ਚ ਗਿਰਨ ਨਾਲ ਆਵਾਜ਼ ਆ ਰਹੀ ਸੀ splash ਦੀ। as it touched the water। ਜਿਵੇਂ ਹੀ ਉਹ ਪਾਣੀ ਨੂੰ ਟੱਚ ਕਰਦਾ ਸੀ। and she enjoyed watching the round ripples। ਅਤੇ ਉਹ ਗੋਲ ਧਾਰੀਆਂ ਵਾਲੀਆਂ ਲਹਿਰਾਂ ਨੂੰ ਦੇਖ ਕੇ ਖੁਸ਼ ਹੁੰਦੀ। she enjoyed watching them going away slowly and then merging into water। ਉਹ ਉਹਨਾਂ ਛੋਟੀਆਂ ਲਹਿਰਾਂ ਨੂੰ ਹੌਲੀ ਜਾਂਦਾ ਦੇਖ ਕੇ ਅਤੇ ਉਹਨਾਂ ਲਹਿਰਾਂ ਨੂੰ ਪਾਣੀ ਵਿੱਚ ਮਿਲਦਿਆਂ ਦੇਖ ਕੇ ਖੁਸ਼ ਹੁੰਦੀ, ਇੰਜੋਏ ਕਰਦੀ। she threw another stone। ਉਸਨੇ ਇੱਕ ਹੋਰ ਸਟੋਨ ਸੁੱਟਿਆ
ਸੁੱਟਿਆ ਸਪਲੈਸ਼ ਕੇਮ ਦਾ ਸਾਊਂਡ। ਉਹਦੀ ਵੀ ਆਵਾਜ਼ ਕਾਦੀ ਆਈ? ਸਪਲੈਸ਼ ਦੀ। ਸ਼ੀ ਲਵਡ ਦਾ ਸਾਊਂਡ ਐਂਡ ਦਾ ਸਾਈਟ। ਉਸ ਨੂੰ ਉਹ ਸਾਊਂਡ ਵੀ ਵਧੀਆ ਲੱਗ ਰਹੀ ਸੀ ਤੇ ਉਸ ਸਾਊਂਡ ਤੋਂ ਬਾਅਦ ਜੋ ਪਾਣੀ ਦੇ ਵਿੱਚ ਇੱਕ ਸਾਈਟ ਯਾਨੀ ਨਜ਼ਾਰਾ ਬਣ ਰਿਹਾ ਸੀ ਉਹ ਵੀ ਵਧੀਆ ਲੱਗਦਾ ਸੀ। ਸ਼ੀ ਕੈਪਟ ਥਰੋਇੰਗ ਸਟੋਨਸ ਵਨ ਆਫਟਰ ਦਾ ਅਦਰ। ਉਸਨੇ ਇੱਕ ਦੇ ਬਾਅਦ ਇੱਕ ਪੱਥਰ ਨੂੰ ਪਾਣੀ ਵਿੱਚ ਸੁੱਟਣਾ ਜਾਰੀ ਰੱਖਿਆ। The water seemed very deep there. ਵਾਟਰ ਉਸ ਜਗ੍ਹਾ ਤੋਂ ਕਾਫੀ ਡੂੰਘਾ ਲੱਗ ਰਿਹਾ ਸੀ। She threw another stone. ਉਸਨੇ ਇੱਕ ਪੱਥਰ ਹੋਰ ਸੁੱਟਿਆ। Suddenly she heard a sound. ਅਚਾਨਕ ਉਸਨੇ ਇੱਕ ਆਵਾਜ਼ ਸੁਣੀ। Eeks. Rosie was surprised. Rosie ਹੈਰਾਨ ਹੋ ਗਈ। Who was there? ਉੱਥੇ ਕੌਣ ਸੀ? She said. ਉਸਨੇ ਕਿਹਾ No answer. ਕੋਈ ਆਵਾਜ਼ ਨਹੀਂ ਆਈ। She threw another stone. ਉਸਨੇ ਇੱਕ ਹੋਰ ਪੱਥਰ ਸੁੱਟਿਆ। Eeks. Stop throwing stones. ਪੱਥਰ ਸੁੱਟਣੇ ਬੰਦ ਕਰੋ, said a voice. ਉਸ ਆਵਾਜ਼ ਨੇ ਕਿਹਾ। Rosie looked into the lake to see who it was. Rosie ਨੇ ਉਸ ਝੀਲ ਵਿੱਚ ਦੇਖਿਆ ਇਹ ਦੇਖਣ ਲਈ ਕਿ ਕੌਣ ਸੀ। In the water she saw a huge animal. ਪਾਣੀ ਦੇ ਵਿੱਚ ਉਸਨੇ ਇੱਕ ਬਹੁਤ ਵੱਡਾ ਜਾਨਵਰ ਦੇਖਿਆ। It was like a dinosaur. ਇਹ ਡਾਇਨਾਸੌਰ ਵਰਗਾ ਸੀ। It was green. ਇਹ ਹਰੇ ਰੰਗ ਦਾ ਸੀ। It had small little horns. ਇਸ ਦੇ ਦੋ ਛੋਟੇ ਸਿੰਗ ਸਨ। It was rubbing its head against the shore of the lake. ਇਹ ਆਪਣਾ ਸਿਰ ਉਸ ਝੀਲ ਦੇ ਕੰਢਿਆਂ ਦੇ ਨਾਲ ਰਗੜ ਰਿਹਾ ਸੀ। Why are you throwing stones into the lake? ਤੂੰ ਝੀਲ ਵਿੱਚ ਪੱਥਰ ਕਿਉਂ ਸੁੱਟ ਰਹੀ ਹੈ? It hurts. ਇਹ ਦੁੱਖ ਦਿੰਦਾ ਹੈ, said the animal. Animal ਨੇ ਕਿਹਾ। Rosie looked at the creature with fear. Rosie ਨੇ ਉਸ ਜਾਨਵਰ ਵੱਲ ਡਰ ਨਾਲ ਦੇਖਿਆ। Sorry, she said. ਉਸਨੇ ਕਿਹਾ ਮੈਨੂੰ ਮਾਫ ਕਰ ਦਿਓ। Well, all right. ਅੱਛਾ ਠੀਕ ਹੈ, said the animal. Animal ਨੇ ਕਿਹਾ। The animal looked at Rosie and saw her shocked face. Animal ਨੇ Rosie ਵੱਲ ਦੇਖਿਆ ਅਤੇ ਉਸ ਦਾ ਡਰਿਆ ਹੋਇਆ ਚਿਹਰਾ ਵੀ ਦੇਖਿਆ। I'm Nessie, said the huge creature. ਉਸ ਵੱਡੇ ਜੀਵ ਨੇ ਕਿਹਾ ਕਿ ਮੈਂ ਨੈਸੀ ਹਾਂ। People call me the Loch Ness monster. ਲੋਕੀ ਮੈਨੂੰ Loch Ness monster ਵੀ ਕਹਿੰਦੇ ਹਨ। Who are you? ਤੂੰ ਕੌਣ ਹੈ? Rosie was a little afraid of this talking animal. Rosie ਥੋੜਾ ਹੋਰ ਡਰ ਗਈ ਸੀ ਇਸ ਬੋਲਣ ਵਾਲੇ ਜਾਨਵਰ ਨੂੰ ਦੇਖ ਕੇ। She kept quiet. ਉਹ ਚੁੱਪ ਰਹੀ। Nessie said, Don't be scared. Nessie ਨੇ ਕਿਹਾ ਤੂੰ ਡਰ ਨਾ। I don't harm anyone. ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ। She said. ਉਸਨੇ ਕਿਹਾ But you are so huge. ਪਰ ਤੂੰ ਬਹੁਤ ਵਿਸ਼ਾਲ ਹੈ। Nessie said, Don't think about my size. ਤੂੰ ਮੇਰੇ ਸਾਈਜ਼ ਬਾਰੇ ਨਾ ਸੋਚ। Have I ever harmed anyone here? ਕਿ ਮੈਂ ਕਦੀ ਕਿਸੇ ਨੂੰ ਇੱਥੇ ਨੁਕਸਾਨ ਪਹੁੰਚਾਇਆ? I don't know. I'm not from Scotland, said Rosie. Rosie ਨੇ ਕਿਹਾ ਮੈਨੂੰ ਨਹੀਂ ਪਤਾ ਤੂੰ ਨੁਕਸਾਨ ਪਹੁੰਚਾਇਆ ਕਿ ਨਹੀਂ ਕਿਉਂਕਿ ਮੈਂ ਇੱਥੋਂ ਦੀ ਨਹੀਂ ਹਾਂ, ਮੈਂ ਸਕਾਟਲੈਂਡ ਦੀ ਨਹੀਂ ਹਾਂ। Okay, tell me your name, said Nessie. Nessie ਨੇ ਕਿਹਾ ਅੱਛਾ ਠੀਕ ਹੈ ਤੂੰ ਆਪਣਾ ਨਾਮ ਦੱਸ। I'm Rosie. I am visiting my aunt Tina. ਮੇਰਾ ਨਾਮ ਰੋਜ਼ੀ ਹੈ। ਮੈਂ ਆਪਣੀ ਟੀਨਾ ਆਂਟੀ ਦੇ ਘਰ ਵਿਜ਼ਿਟ ਕਰਨ ਆਈ ਹਾਂ। I find this place very cold and boring. ਮੈਨੂੰ ਉਹਨਾਂ ਦਾ ਘਰ ਬੜਾ ਠੰਡਾ ਜਿਹਾ ਤੇ ਬੋਰਿੰਗ ਲੱਗਿਆ। I don't like this place. ਮੈਨੂੰ ਇਹ ਪਲੇਸ ਬਿਲਕੁਲ ਪਸੰਦ ਨਹੀਂ। Nessie started to laugh. Nessie ਨੇ ਹੱਸਣਾ ਸ਼ੁਰੂ ਕੀਤਾ। Its laugh was very loud. ਉਸ ਦਾ ਹਾਸਾ ਬਹੁਤ ਉੱਚਾ ਸੀ। Rosie looked at Nessie with fear. Rosie ਨੇ Nessie ਵੱਲ ਡਰ ਨਾਲ ਦੇਖਿਆ। She could only see its head and long neck. ਉਹ ਤਾਂ ਸਿਰਫ ਉਸ ਦੀ ਵੱਡੀ ਸਾਰੀ ਗਰਦਨ ਅਤੇ ਉਸ ਦਾ ਸਿਰ ਹੀ ਦੇਖ ਪਾ ਰਹੀ ਸੀ। It had triangular spikes on its neck. ਇਸ ਦੀ ਨੈਕ ਉੱਤੇ ਨੋਕੀਲੇ ਕਿੱਲ ਸਨ। It had bits of plants hanging from its mouth. ਉਸ ਦੇ ਮੂੰਹ ਦੇ ਵਿੱਚੋਂ ਕੁਝ ਪੌਦੇ ਵੀ ਲਟਕ ਰਹੇ ਸਨ। Rosie could see that it had sharp teeth. Rosie ਨੇ ਇਹ ਵੀ ਦੇਖਿਆ ਕਿ ਉਸ ਦੇ ਤਾਂ ਤਿੱਖੇ ਦੰਦ ਸਨ and it could eat her in one bite if it wanted. ਤੇ ਉਹ ਉਸ ਨੂੰ ਇੱਕ ਬਾਈਟ ਦੇ ਵਿੱਚ ਹੀ ਨਿਗਲ ਸਕਦੀ ਹੈ। But the plant in its mouth suggested that it was a herbivore. ਪਰ ਉਸ ਦੇ ਮੂੰਹ ਵਿੱਚ ਦਿਸ ਰਹੇ ਪਲਾਂਟਸ ਤੋਂ ਪਤਾ ਚੱਲਦਾ ਸੀ ਕਿ ਇਹ ਸ਼ਾਕਾਹਾਰੀ ਸੀ। Rosie felt relaxed. Rosie ਨੇ ਆਰਾਮ ਮਹਿਸੂਸ ਕੀਤਾ। Why do people call you a monster? ਲੋਕੀ ਤੈਨੂੰ ਰਾਖਸ਼ ਕਿਉਂ ਕਹਿੰਦੇ ਹਨ? Are you really a monster? Rosie asked. Rosie ਨੇ ਪੁੱਛਿਆ ਕਿ ਤੂੰ ਸੱਚੀ ਮੌਨਸਟਰ ਹੈ, ਦੈਂਤ ਹੈ? No, I'm not a monster. Nessie ਨੇ ਕਿਹਾ ਨਹੀਂ ਮੈਂ ਮੌਨਸਟਰ ਨਹੀਂ ਹਾਂ।
people call me a monster because they do not know me. ਲੋਕੀ ਮੈਨੂੰ ਮੌਨਸਟਰ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਮੈਨੂੰ ਜਾਣਦੇ ਨਹੀਂ. I belong to the dinosaur family. ਮੈਂ ਡਾਇਨਾਸੌਰ ਫੈਮਿਲੀ ਦੇ ਨਾਲ ਬਿਲੋਂਗ ਕਰਦੀ ਹਾਂ, ਸੰਬੰਧ ਰੱਖਦੀ ਹਾਂ. I only eat plants. ਮੈਂ ਸਿਰਫ ਪੌਦੇ ਖਾਂਦੀ ਹਾਂ. Not little girls. ਛੋਟੀਆਂ ਲੜਕੀਆਂ ਨਹੀਂ. Nessie assured Rosie. Nessie ਨੇ ਰੋਜ਼ੀ ਨੂੰ ਭਰੋਸਾ ਦਿਵਾਇਆ. Would you like a ride on my back? ਕੀ ਤੂੰ ਮੇਰੀ ਪਿੱਠ ਤੇ ਸਵਾਰੀ ਕਰਨਾ ਪਸੰਦ ਕਰੇਂਗੀ? Rosie looked at Nessie. ਰੋਜ਼ੀ ਨੇ ਨੈਸੀ ਵੱਲ ਦੇਖਿਆ. How big are you? ਤੂੰ ਕਿੰਨੀ ਵੱਡੀ ਹੈ? She asked. ਰੋਜ਼ੀ ਨੇ ਪੁੱਛਿਆ. Well, I'm more than 100 feet long. ਖੈਰ ਮੈਂ 100 ਫੁੱਟ ਲੰਬੀ ਹਾਂ. I have got humps on my back. ਮੇਰੀ ਪਿੱਠ ਉੱਤੇ ਕੁੱਬ ਵੀ ਹੈ. I am very thin. ਮੈਂ ਬਹੁਤ ਪਤਲੀ ਹਾਂ. I have feet and arms too. ਮੇਰੇ ਪੈਰ ਵੀ ਹਨ ਅਤੇ ਬਾਹਾਂ ਵੀ ਹਨ. But I use them only to swim. ਪਰ ਮੈਂ ਇਹਨਾਂ ਪੈਰਾਂ ਅਤੇ ਬਾਹਾਂ ਦੀ ਵਰਤੋਂ ਸਿਰਫ ਤੇ ਸਿਰਫ ਤੈਰਨ ਲਈ ਕਰਦੀ ਹਾਂ. And glide around the lake. ਅਤੇ ਇਸ ਲੇਕ ਵਿੱਚ ਇੱਧਰ ਉੱਧਰ ਸਰਕਣ ਲਈ. Would you like a ride on my back around the lake? ਕੀ ਤੂੰ ਇਸ ਲੇਕ ਦੇ ਆਸ-ਪਾਸ ਇੱਕ ਰਾਈਡ ਲੈਣਾ ਚਾਹੇਂਗੀ ਮੇਰੀ ਬੈਕ ਤੇ ਬੈਠ ਕੇ? Nessie asked again. Nessie ਨੇ ਦੁਬਾਰਾ ਪੁੱਛਿਆ. Rosie nodded. Rosie ਨੇ ਹਾਂ ਵਿੱਚ ਸਿਰ ਹਿਲਾਇਆ. Climb on my back and hold on. ਮੇਰੀ ਪਿੱਠ ਤੇ ਬੈਠ ਜਾ ਅਤੇ ਮੈਨੂੰ ਫੜ ਲੈ, said Nessie. Nessie ਨੇ ਕਿਹਾ. Rosie caught onto Nessie's strong horns. Rosie ਨੇ Nessie ਦੇ ਮਜ਼ਬੂਤ ਸਿੰਗਾਂ ਨੂੰ ਫੜ ਲਿਆ and found a place to sit on its back. ਅਤੇ ਉਸ ਦੀ ਬੈਕ ਤੇ ਬੈਠਣ ਲਈ ਇੱਕ ਜਗ੍ਹਾ ਲੱਭ ਲਈ. She held tightly onto one of her spikes. Spikes ਹੁੰਦੇ ਕੋਈ ਵੀ ਨੁਕੀਲੀਆਂ ਚੀਜ਼ਾਂ, ਕੋਈ ਵੀ ਉਭਰੀਆਂ ਹੋਈਆਂ ਚੀਜ਼ਾਂ, ਜਿੱਦਾਂ ਸਪਾਈਕਸ ਵਾਲੇ ਸ਼ੂਜ਼ ਹੁੰਦੇ, ਠੀਕ ਹੈ. ਸੋ ਇਸੇ ਤਰ੍ਹਾਂ ਉਸ ਦੀ ਬੋਡੀ ਤੇ ਜੋ ਸਪਾਈਕਸ ਉਭਰੇ ਹੋਏ ਸੀ, ਸੋ ਰੋਜ਼ੀ ਨੇ ਉਹਨਾਂ ਸਪਾਈਕਸ ਵਿੱਚੋਂ ਇੱਕ ਸਪਾਈਕ ਨੂੰ ਮਜ਼ਬੂਤੀ ਨਾਲ ਫੜ ਲਿਆ. Are you ready? Nessie asked her. Nessie ਨੇ ਰੋਜ਼ੀ ਨੂੰ ਪੁੱਛਿਆ ਕਿ ਤੂੰ ਤਿਆਰ ਹੈ? Rosie was suddenly very excited. ਰੋਜ਼ੀ ਇੱਕਦਮ ਬਹੁਤ ਐਕਸਾਈਟਡ ਹੋ ਗਈ. Yes, I'm ready, Nessie, she said. ਹਾਂ ਮੈਂ ਤਿਆਰ ਹਾਂ Nessie, ਉਸਨੇ ਕਿਹਾ. Nessie started the journey through the lake. Nessie ਨੇ ਲੇਕ ਦੇ ਵਿੱਚੋਂ ਹੁੰਦੇ ਹੋਏ ਆਪਣੀ ਯਾਤਰਾ ਸ਼ੁਰੂ ਕੀਤੀ. Soon they were swimming all around the lake. ਜਲਦੀ ਹੀ ਉਹ ਲੇਕ ਦੇ ਚਾਰੇ ਪਾਸੇ ਸਵਿਮ ਕਰ ਰਹੇ ਸਨ. Rosie caught hold of Nessie tightly. Rosie ਨੇ Nessie ਨੂੰ ਚੰਗੀ ਤਰ੍ਹਾਂ ਫੜ ਕੇ ਰੱਖਿਆ ਹੋਇਆ ਸੀ. Nessie went in and out of the water. Nessie ਪਾਣੀ ਦੇ ਅੰਦਰ ਜਾਂਦੀ ਫਿਰ ਬਾਹਰ ਆਂਦੀ. Whoosh, ਆਵਾਜ਼ ਕਿਹੜੀ ਆਂਦੀ? Whoosh ਦੀ, said Nessie as it went into the water and we as it came out. ਜਦੋਂ ਪਾਣੀ ਦੇ ਅੰਦਰ ਜਾਂਦੀ ਤਾਂ whoosh ਦੀ ਆਵਾਜ਼ ਆਂਦੀ ਤੇ ਜਦੋਂ ਪਾਣੀ ਦੇ ਬਾਹਰ ਨਿਕਲਦੀ ਤਾਂ ਫਿਰ we ਦੀ ਸਾਊਂਡ ਕਰਕੇ ਉਹ ਬਾਹਰ ਨਿਕਲਦੀ. Rosie was also enjoying it. Rosie ਵੀ ਇਸ ਨੂੰ enjoy ਕਰ ਰਹੀ ਸੀ. She said. ਉਸਨੇ ਕਿਹਾ. This is fun. ਇਹ ਬਹੁਤ ਮਜ਼ੇ ਵਾਲੀ ਗੱਲ ਹੈ. Would you like to see my cave? Nessie asked. Nessie ਨੇ ਪੁੱਛਿਆ ਕਿ ਤੂੰ ਮੇਰੀ cave, ਜਿੱਥੇ ਮੈਂ ਰਹਿੰਦੀ ਹਾਂ, ਗੁਫਾ, ਉਸ ਨੂੰ ਦੇਖਣਾ ਪਸੰਦ ਕਰੇਂਗੀ? I would love to, but on another day. ਮੈਂ ਜ਼ਰੂਰ ਪਸੰਦ ਕਰਾਂਗੀ ਪਰ ਕਿਸੇ ਹੋਰ ਦਿਨ. It's getting late. ਬਹੁਤ ਦੇਰ ਹੋ ਰਹੀ ਹੈ. My aunt must be waiting for me. ਮੇਰੀ ਆਂਟੀ ਮੇਰੀ ਜ਼ਰੂਰ ਹੀ ਵੇਟ ਕਰ ਰਹੀ ਹੋਵੇਗੀ. Rosie answered. Rosie ਨੇ ਜਵਾਬ ਦਿੱਤਾ. Okay, then we will meet again. ਅੱਛਾ ਠੀਕ ਹੈ, ਫਿਰ ਅਸੀਂ ਦੁਬਾਰਾ ਮਿਲਾਂਗੇ. How long are you going to be here? ਤੂੰ ਇੱਥੇ ਕਿੰਨੇ ਦਿਨ ਹੈ? said Nessie. Nessie ਨੇ ਕਿਹਾ. Another week. ਇੱਕ ਹੋਰ ਹਫਤਾ. But tomorrow I am going to Edinburgh for sightseeing. ਪਰ ਕੱਲ ਮੈਂ ਐਡਿਨਬਰਗ ਜਾ ਰਹੀ ਹਾਂ ਉੱਥੋਂ ਦੇ ਕੁਦਰਤੀ ਸੀਨਸ ਦਾ ਨਜ਼ਾਰਾ ਲੈਣ ਲਈ. Informed Rosie. Rosie ਨੇ ਉਸ ਨੂੰ ਇਨਫੋਰਮੇਸ਼ਨ ਦਿੱਤੀ. Great then. ਫਿਰ ਠੀਕ ਹੈ. We will meet again the day after. ਅਸੀਂ ਦੁਬਾਰਾ ਮਿਲਾਂਗੇ ਇੱਕ ਦਿਨ ਬਾਅਦ, ਯਾਨੀ ਪਰਸੋਂ, said Nessie. Nessie ਨੇ ਕਿਹਾ. Fine, please take me back to the lake shore. Rosie said. Rosie ਨੇ ਕਿਹਾ. ਅੱਛਾ ਠੀਕ ਹੈ, ਹੁਣ ਤੁਸੀਂ ਮੈਨੂੰ ਝੀਲ ਦੇ ਕਿਨਾਰੇ ਵਾਪਸ ਛੱਡ ਦਿਓ. Within no time they were at the shore and said bye to each other. ਪਲਕ ਝਪਕਦੇ ਹੀ ਉਹ ਉਸ ਕੰਢੇ ਤੇ ਪਹੁੰਚ ਗਏ ਅਤੇ ਇੱਕ ਦੂਜੇ ਨੂੰ ਉਹਨਾਂ ਨੇ ਬਾਏ ਕਿਹਾ. Now Rosie had a friend in Scotland. ਹੁਣ ਰੋਜ਼ੀ ਦੀ ਸਕਾਟਲੈਂਡ ਵਿੱਚ ਕੋਈ ਫਰੈਂਡ ਸੀ. Life for Rosie was going to be exciting. ਹੁਣ ਰੋਜ਼ੀ ਵਾਸਤੇ ਜ਼ਿੰਦਗੀ ਬਹੁਤ ਐਕਸਾਈਟਿੰਗ ਹੋ ਗਈ ਸੀ, ਉਤੇਜਨਾ ਭਰਪੂਰ ਹੋ ਗਈ ਸੀ. ਸੋ ਇਹ ਸੀ ਇੱਕ ਫੇਰੀ ਟੇਲ ਵਰਗੀ ਸਟੋਰੀ. ਉਮੀਦ ਹੈ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ, ਤੁਸੀਂ ਬਹੁਤ ਇੰਜੋਏ ਕੀਤਾ ਹੋਵੇਗਾ ਤੇ ਇੰਗਲਿਸ਼ ਦੇ ਵੀ ਕਈ
ਸੈਂਟੈਂਸਿਸ ਤੇ ਕਈ ਨਵੇਂ-ਨਵੇਂ ਵਰਡਸ ਜ਼ਰੂਰ ਸਿੱਖੇ ਹੋਣਗੇ। ਸੋ ਇਸੇ ਤਰ੍ਹਾਂ ਹੀ ਕੁਝ ਨਾ ਕੁਝ ਨਵਾਂ ਸਿੱਖਾਂਗੇ। ਐਕਸਰਸਾਈਜ਼ Rosie's meeting with Nessie। Activity second, given below are some words from the lesson। ਨੀਚੇ ਲੈਸਨ ਵਿੱਚੋਂ ਕੁਝ ਸ਼ਬਦ ਦਿੱਤੇ ਗਏ ਹਨ। Guess their meaning। ਉਹਨਾਂ ਦੇ ਮੀਨਿੰਗਸ ਬਾਰੇ ਅੰਦਾਜ਼ਾ ਲਗਾਓ। Taking hints from the story। ਸਟੋਰੀ ਤੋਂ ਹਿੰਟ ਲੈ ਲਓ। Write the meaning in the blanks। ਖਾਲੀ ਥਾਵਾਂ ਵਿੱਚ ਉਹਨਾਂ ਦੇ ਮੀਨਿੰਗ ਲਿਖੋ। Monster ਦੈਂਤ, creature ਜੰਤੂ ਜਾਂ ਜਾਨਵਰ, merged ਆਪਣੇ ਵਿੱਚ ਮਿਲਾ ਲਿਆ, herbivore ਸ਼ਾਕਾਹਾਰੀ, dangerous ਖਤਰਨਾਕ। Next, activity third, for each word given below find a word from the lesson that sounds the same। ਹੁਣ ਨੀਚੇ ਦਿੱਤੇ ਹੋਏ ਵਰਡਸ ਦੀ ਸਾਊਂਡ ਨੂੰ ਫੋਲੋ ਕਰਦੇ ਹੋਏ ਇਹਨਾਂ ਵਰਗੀ ਸਾਊਂਡਸ ਦੇ ਵਰਡਸ ਤੁਸੀਂ ਲੈਸਨ ਦੇ ਵਿੱਚੋਂ ਸਰਚ ਕਰਨੇ ਹਨ, ਲੱਭਣੇ ਹਨ। ਪਹਿਲਾ ਕੀ ਹੈ wood। ਲੈਸਨ ਵਿੱਚ ਕਿਹੜਾ ਵਰਡ ਸੀ wood, WOULD। ਸੈਕਿੰਡ to। ਲੈਸਨ ਵਿੱਚ ਕਿਹੜਾ ਵਰਡ ਸੀ to, TOO। ਜਦੋਂ ਉਸਤੇ ਟੀਨਾ ਆਂਟੀ ਕਹਿੰਦੇ ਹਨ ਕਿ ਡੋਂਟ ਗੋ ਟੂ ਨੀਅਰ ਦ ਲੇਕ। ਓਕੇ। ਨੈਕਸਟ bored। ਲੈਸਨ ਵਿੱਚ ਕਿਹੜਾ bored, ਜਦੋਂ ਉਹ ਬੋਰ ਮਹਿਸੂਸ ਕਰਦੀ ਹੈ। sight ਤੇ ਲੈਸਨ ਵਿੱਚ sight, ਠੀਕ ਹੈ, sight seeing। ਨੈਕਸਟ no ਤੇ ਲੈਸਨ ਵਿੱਚ ਕਿਹੜਾ no ਹੈ, KNOW। ਓਕੇ। what do you notice, ਤੁਸੀਂ ਕੀ ਦੇਖਦੇ ਹੋ। each pair of words has the same sound but different meanings। ਹਰ ਸ਼ਬਦਾਂ ਦਾ ਜੋੜਾ ਸੇਮ ਸਾਊਂਡ ਕਰ ਰਿਹਾ ਹੈ ਪਰ ਉਹਨਾਂ ਦੇ ਮੀਨਿੰਗਸ ਅਲੱਗ ਹਨ। such pair of words are called homophones। ਇਹੋ ਜਿਹੇ ਵਰਡਸ ਨੂੰ ਆਪਾਂ ਕਹਿੰਦੇ ਆ homophones, ਜਿਨ੍ਹਾਂ ਦਾ ਸਾਊਂਡ ਇੱਕੋ ਹੋਵੇ ਪਰ ਉਹਨਾਂ ਦੇ ਮੀਨਿੰਗ ਅਤੇ ਸਪੈਲਿੰਗਸ ਅਲੱਗ-ਅਲੱਗ ਹੋਣ। write 5 more pairs of homophones। ਹੁਣ ਆਪਾਂ 5 ਹੋਰ ਇਹੋ ਜਿਹੇ homophones ਦੇ ਜਿਹੜੇ ਪੇਅਰ ਉਹ ਇੱਥੇ ਲਿਖਣੇ। ਜਿੱਦਾਂ ਤੁਸੀਂ ਕਹਿ ਸਕਦੇ ਹੋ break, break, ਠੀਕ ਹੈ। ਪਹਿਲੀ ਬ੍ਰੇਕ ਕਿਹੜੀ ਹੈ, BRAKE। ਦੂਜਾ BREAK। ਪਹਿਲੀ ਬ੍ਰੇਕ ਦਾ ਮਤਲਬ ਹੈ ਬ੍ਰੇਕ ਲਗਾਣੀ, ਗੱਡੀ ਨੂੰ ਬ੍ਰੇਕ ਲਗਾਣੇ ਆ ਨਾ ਜਿੱਦਾਂ ਆਪਾਂ। ਦੂਜੀ ਬ੍ਰੇਕ ਦਾ ਮਤਲਬ ਤੋੜਨਾ, ਸੈਲ, CELL। ਦੂਸਰਾ SELL। ਸੋ ਇੱਕ ਸੈਲ ਦਾ ਮਤਲਬ ਹੈ ਜੇਲ, ਦੂਜਾ ਸੈਲ ਦਾ ਮਤਲਬ ਵੇਚਣਾ। ਸੈਂਟ, CENT ਮਤਲਬ 100 ਤੇ ਦੂਜਾ ਸੈਂਟ SCENT, ਜਿਵੇਂ ਪਰਫਿਊਮ ਲਗਾਉਂਦੇ ਆਪਾਂ, ਠੀਕ। ਨੈਕਸਟ ਹੈ ਡਾਈ, DIE ਮਰਨਾ ਤੇ ਦੂਜਾ DYE ਡਾਈ, ਜਿੱਦਾਂ ਆਪਾਂ ਰੰਗ ਲਗਾਉਂਦੇ ਹਾਂ। ਨੈਕਸਟ ਹੈ ਫਲਾਰ। ਫਲਾਰ ਕੀ ਹੁੰਦਾ, ਆਟਾ ਤੇ ਦੂਜਾ ਫਲਾਰ ਕੀ ਹੁੰਦਾ, ਫੁੱਲ, FLOWER। ਨੈਕਸਟ ਚੂਜ਼ ਦ ਕਰੈਕਟ ਵਰਡ ਫॉर ਈਚ। ਹੁਣ ਨੀਚੇ ਕੁਝ ਹੋਮੋਫੋਨਸ ਦਿੱਤੇ ਹੋਏ ਨੇ, ਉਹਨਾਂ ਦੇ ਵਿੱਚੋਂ ਅਸੀਂ ਕਰੈਕਟ ਵਰਡ ਸੈਂਟੈਂਸ ਲਈ ਚੂਜ਼ ਕਰਨਾ ਹੈ। give me their address, THEIR। second, he caught the ball, CAUGHT। C, we see with our eyes, SEE। I have only one pen, ONE। please give me some sugar, SOME। activity 4, question answer ਕਰਦੇ ਹਾਂ। where did Rosie go? Rosie ਕਿੱਥੇ ਗਈ? Rosie went to her aunt Tina in Scotland। what is Loch Ness? Loch Ness ਕੀ ਹੈ? Loch Ness is a deep lake। third, where did Rosie go when she felt bored? Rosie ਕਿੱਥੇ ਗਈ ਜਦੋਂ ਉਸਨੇ ਬੋਰ ਮਹਿਸੂਸ ਕੀਤਾ? Rosie went to the Loch Ness lake। fourth, what did Rosie want to do at the lake? Rosie lake ਤੇ ਜਾ ਕੇ ਕੀ ਕਰਨਾ ਚਾਹੁੰਦੀ ਸੀ? She wanted to throw some stones into the water and to watch the ripples। fifth, who did she find in the lake? Lake ਵਿੱਚ ਉਸਨੂੰ ਕੌਣ ਮਿਲਿਆ? She found Loch Ness monster in the lake। activity 5th, true or false। okay, Rosie went to visit her aunt Tina in Scotland। true, Aunt Tina told her to go out and throw stones into the lake। false, Rosie met Nessie who wanted to eat her। false, Nessie was a herbivore। true, Rosie went around the lake on Nessie's back। true। activity 6, read the statements given below। 3 options are given, tick the right option। ਹੁਣ ਨਿਚਲੇ ਸਟੇਟਮੈਂਟਸ ਨੂੰ ਪੜ੍ਹਨਾ ਹੈ। 3 ਆਪਸ਼ਨਸ ਨਾਲ ਦਿੱਤੀਆਂ ਹਨ, ਉਹਨਾਂ ਚੋਂ ਰਾਈਟ ਆਪਸ਼ਨ ਆਪਾਂ ਸਟੇਟਮੈਂਟ ਲਈ ਚੂਜ਼ ਕਰਨੀ ਹੈ। ਫਰਸਟ, Scotland is in the north of the United Kingdom। second, the lake is deep and dangerous। third, Rosie gathered some stones because she wanted to throw them into the lake। fourth, the stone made a splash sound when they touched water। Nessie was a huge
creature. Nessie looked like a dinosaur. Nessie offered Rosie a ride on its neck. People called Nessie a monster because they did not know her. Rosie caught onto Nessie's strong horns to sit on her back. Rosie did not see Nessie's cave because her aunt was waiting for her. Next, past tense. Look at the following passage from the story. ਹੁਣ ਆਪਾਂ ਇੱਕ ਪੈਰਾ ਦੇਖਦੇ ਹਾਂ ਜੋ ਕਿ ਸਟੋਰੀ ਵਿੱਚੋਂ ਲਿਆ ਗਿਆ ਹੈ. Nessie started the journey through the lake. Nessie ਨੇ ਲੇਕ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ. Soon they were swimming all around the lake. ਜਲਦੀ ਹੀ ਉਹ ਸਾਰੀ ਲੇਕ ਦੇ ਵਿੱਚ ਸਵਿਮਿੰਗ ਕਰ ਰਹੇ ਸਨ. Rosie caught hold of Nessie tightly. Rosie ਨੇ Nessie ਨੂੰ ਚੰਗੀ ਤਰ੍ਹਾਂ ਫੜ ਕੇ ਰੱਖਿਆ ਸੀ. Nessie went in and out of the water. Nessie ਪਾਣੀ ਦੇ ਅੰਦਰ ਬਾਹਰ ਜਾ ਰਹੀ ਸੀ. Whoosh said Nessie as it went into the water and wee as it came out. Nessie whoosh ਦੀ ਸਾਊਂਡ ਕਰਦੀ ਸੀ ਜਦੋਂ ਕਿ ਉਹ ਪਾਣੀ ਅੰਦਰ ਜਾਂਦੀ ਸੀ ਅਤੇ ਜਦੋਂ ਬਾਹਰ ਆਉਂਦੀ ਸੀ ਤਾਂ wee ਦੀ ਸਾਊਂਡ ਕਰਦੀ ਸੀ. Rosie was also enjoying it. Rosie ਵੀ ਇਸ ਦਾ ਆਨੰਦ ਲੈ ਰਹੀ ਸੀ. She said this is fun. ਉਸਨੇ ਕਿਹਾ ਇਹ ਤਾਂ fun ਹੈ. What do you see? ਤੁਸੀਂ ਇਸ ਪੈਰਾਗ੍ਰਾਫ 'ਚ ਕੀ ਦੇਖਦੇ ਹੋ? Have the action words verbs such as started, caught, went been used in their first forms? ਕੀ ਇਹ ਵਾਲੇ words ਜਿਵੇਂ ਕਿ started, caught, went ਕੀ ਇਹ ਪਹਿਲੀ ਫਾਰਮ ਵਿੱਚ ਯੂਜ਼ ਹੋਏ ਹਨ? No. Is the action happening currently? ਕੀ ਇਹ ਕੰਮ ਹੁਣ ਹੋ ਰਿਹਾ ਹੈ? No. It has happened in the past. ਇਹ past ਵਿੱਚ ਹੋ ਚੁੱਕਿਆ ਹੈ. When we talk of the past, ਜਦੋਂ ਅਸੀਂ ਭੂਤਕਾਲ ਦੀ ਗੱਲ ਕਰਦੇ ਹਾਂ, ਬੀਤੇ ਹੋਏ ਸਮੇਂ ਦੀ ਗੱਲ ਕਰਦੇ ਹਾਂ, we use the past tense. ਅਸੀਂ past tense ਦੀ ਵਰਤੋਂ ਕਰਦੇ ਹਾਂ. Activity 7. Complete the following passage using the correct form of the verb given in the brackets. ਹੁਣ ਨੀਚੇ ਇੱਕ ਪੈਸੇਜ ਦੇ ਵਿੱਚ ਅਸੀਂ ਬ੍ਰੈਕਟ ਵਿੱਚ ਜਿਹੜੇ verb ਦੀ ਫਾਰਮ ਦਿੱਤੀ ਹੋਈ ਹੈ ਉਹਨੂੰ ਆਪਾਂ correctly use ਕਰਨਾ ਹੈ. Once an elephant lived in a village. He became friends with a tailor. The elephant used to go to a river for a bath. After drinking water and taking a bath, it passed by a tailor's shop and the tailor gave it something to eat. One day, the tailor was in an angry mood. The elephant came that day as usual. ਤੇ ਹਾਥੀ ਉਸੇ ਤਰ੍ਹਾਂ ਹੀ ਉਹਦੇ ਕੋਲ ਆਇਆ. The tailor pricked the elephant's trunk with his needle. ਟੇਲਰ ਨੇ ਉਸ ਦੀ ਸੁੰਡ ਤੇ ਸੂਈ ਚਬੋ ਦਿੱਤੀ. The elephant felt pain. ਐਲੀਫੈਂਟ ਨੂੰ ਦਰਦ ਮਹਿਸੂਸ ਹੋਇਆ. He made up his mind to teach a tailor a lesson. ਉਸਨੇ ਟੇਲਰ ਨੂੰ ਸਬਕ ਸਿਖਾਉਣ ਦਾ ਮਨ ਬਣਾਇਆ. He went to the river. ਉਹ ਨਦੀ ਤੇ ਗਿਆ. Had his bath. ਆਪਣਾ ਇਸ਼ਨਾਨ ਕੀਤਾ. And then filled up its trunk with muddy water. ਅਤੇ ਉਸਨੇ ਆਪਣੀ ਸੁੰਡ ਚਿੱਕੜ ਦੇ ਪਾਣੀ ਨਾਲ ਭਰ ਲਈ. He stopped at the tailor's shop. ਉਹ ਉਸ ਦਰਜੀ ਦੀ ਸ਼ੋਪ ਤੇ ਰੁਕਿਆ. And threw the muddy water. ਅਤੇ ਉਸਨੇ ਉਹ ਚਿੱਕੜ ਵਾਲਾ ਪਾਣੀ ਸੁੱਟ ਦਿੱਤਾ on the clothes in the shop. ਜਿਹੜੇ ਸ਼ੋਪ ਵਿੱਚ ਕੱਪੜੇ ਪਏ ਸੀ ਉਹਨਾਂ ਉੱਤੇ. The clothes were spoiled with mud. ਉਹ ਸਾਰੇ ਕੱਪੜੇ ਚਿੱਕੜ ਦੇ ਨਾਲ ਖਰਾਬ ਹੋ ਗਏ. He felt sad for his misdeed. ਉਸ ਨੂੰ ਆਪਣੇ ਕੀਤੇ ਹੋਏ ਕੁਕਰਮ ਲਈ ਬੁਰਾ ਲੱਗਿਆ. But it was too late. ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ. ਸੋ ਇਹ 'ਚ ਸਾਰਾ ਕੀ ਕੀਤਾ ਆਪਾਂ? ਸੈਕਿੰਡ ਫਾਰਮ ਦੀ ਵਰਤੋਂ ਕੀਤੀ. ਤੇ ਜਿੱਥੇ to ਲੱਗਿਆ ਹੋਵੇ ਉੱਥੇ ਹਮੇਸ਼ਾ ਕਿਹੜੀ ਫਾਰਮ ਆਉਂਦੀ ਹੈ? ਫਰਸਟ. Past tense explained. ਹੁਣ ਆਪਾਂ ਇਹਨੂੰ ਐਕਸਪਲੇਨ ਕਰਦੇ ਹਾਂ. We have already done the present tense. ਅਸੀਂ present tense ਪਹਿਲਾਂ ਤੋਂ ਹੀ ਕਰ ਚੁੱਕੇ ਹਾਂ. Let us look at the past tense now. ਆਓ ਹੁਣ past tense ਬਾਰੇ ਵੀ ਜਾਣੀਏ. The past tense in English is used to talk about the past for politeness. ਹੁਣ ਦੋ ਤਰੀਕੇ ਨਾਲ past tense use ਹੁੰਦਾ ਹੈ. ਜਾਂ ਤਾਂ ਅਸੀਂ past ਬਾਰੇ ਗੱਲ ਕਰਨੀ ਹੋਵੇ ਜਾਂ ਕੋਈ ਗੱਲ ਆਪਾਂ ਨਿਮਰਤਾ ਪੂਰਵਕ ਕਰਨੀ ਹੋਵੇ ਉਦੋਂ ਵੀ ਅਸੀਂ ਇਸ tense ਦੀ ਵਰਤੋਂ ਕਰ ਲੈਂਦੇ ਹਾਂ. There are 4 past tense forms in English, but we will look at only 2, that is past simple and past continuous examples. 4 ਤਰ੍ਹਾਂ ਦੇ past tense ਹੁੰਦੇ ਹਨ ਇੰਗਲਿਸ਼ ਵਿੱਚ, ਪਰ ਅਸੀਂ ਇੱਥੇ 2 ਤਰ੍ਹਾਂ ਦੇ ਹੀ ਕਰਾਂਗੇ. ਇੱਕ simple past, ਇੱਕ past continuous. ਠੀਕ ਹੈ? ਐਗਜ਼ਾਮਪਲਸ ਕੀ ਨੇ? I worked. ਮੈਂ ਕੰਮ ਕੀਤਾ. ਸੋ ਹੁਣ ਇਹਦੇ ਵਿੱਚ ਕਿਹੜੀ ਫਾਰਮ ਵਰਤੋਂ ਚਾਹੀਏ? ਸੈਕਿੰਡ. ਸੋ ਆਓ ਹੋਰ ਐਗਜ਼ਾਮਪਲ ਕਰੀਏ. ਸੋ ਪਹਿਲਾਂ ਆਪਾਂ ਦੇਖਦੇ ਹਾਂ ਜੇ past ਬਾਰੇ ਗੱਲ ਕਰਨੀ ਹੋਵੇ ਤਾਂ ਕਿੱਦਾਂ ਕਰਾਂਗੇ. ਫਰਸਟ, ਰਾਮ lived in ਮੁੰਬਈ. ਰਾਮ ਮੁੰਬਈ ਰਹਿੰਦਾ ਸੀ. ਸੀਮਾ worked in a bank. ਸੀਮਾ ਬੈਂਕ ਵਿੱਚ ਕੰਮ ਕਰਦੀ ਸੀ. The elephant felt pain. ਐਲੀਫੈਂਟ ਨੂੰ ਦੁੱਖ ਹੋਇਆ. Second, to talk about the present in a few polite expressions.
questions। ਹੁਣ ਕੁਝ present ਬਾਰੇ ਵੀ ਆਪਾਂ ਗੱਲ ਕਰ ਸਕਦੇ ਹਾਂ ਜੇ ਆਪਾਂ ਕੁਝ ਨਮਰਤਾ ਦੇ ਨਾਲ ਗੱਲ ਕਰਨੀ ਹੋਵੇ। First, I would like some tea please। ਹੁਣ would ਵੈਸੇ past ਹੈ ਪਰ ਕਿਉਂਕਿ ਆਪਾਂ ਨਿਮਰਤਾ ਵਿੱਚ ਕਹਿ ਰਹੇ ਹਾਂ ਇਸ ਕਰਕੇ ਕਵਾਂਗੇ I would like some tea please। ਮੈਂ ਚਾਹ ਲੈਣੀ ਪਸੰਦ ਕਰਾਂਗਾ। Second, could you please shut the door। ਕੀ ਤੂੰ ਡੋਰ ਬੰਦ ਕਰ ਦੇਵੇਂਗਾ। ਸੋ could ਵੀ past ਹੈ ਪਰ ਨਿਮਰਤਾ ਵਿੱਚ ਜਦੋਂ ਕਹਿਣਾ ਉਦੋਂ ਆਪਾਂ ਇਸ ਦੀ ਵਰਤੋਂ ਕਰ ਸਕਦੇ ਹਾਂ। Third, I just hoped that you would help me। ਸੋ ਇਹ ਵੀ present ਹੈ ਸੋ ਇਹਦੇ ਵਿੱਚ ਵੀ would ਨਿਮਰਤਾ ਲਈ ਵਰਤਿਆ ਗਿਆ ਹੈ। Activity 8, given below are some newspaper headlines, change them into simple past। ਹੁਣ ਨੀਚੇ ਕੁਝ newspaper ਦੀਆਂ headlines ਦਿੱਤੀਆਂ ਹੋਈਆਂ ਹਨ ਉਹਨਾਂ ਨੂੰ ਆਪਾਂ past tense ਵਿੱਚ change ਕਰਨਾ ਹੈ। A strong earthquake jolts ਉੱਤਰਾਖੰਡ। jolts ਹੁੰਦਾ ਹਿਲਾ ਦੇਣਾ ਠੀਕ ਹੈ। A strong earthquake jolted ਉੱਤਰਾਖੰਡ। ਅਮਿਤਾਭ ਬੱਚਨ wins the best actor filmfare award। ਅਮਿਤਾਭ ਬੱਚਨ won the best actor filmfare award। Third, India outplays West Indies in cricket। India outplayed West Indies in cricket। outplay ਹੁੰਦਾ ਹਰਾ ਦੇਣਾ। Fourth, Salman Ali wins the Indian Idol। Salman Ali won the Indian Idol। Bachendri Paul becomes the best Indian woman to scale Mount Everest। Bachendri Paul became the first Indian woman to scale Mount Everest। Activity 9, read the following passage and answer the questions that follow। ਹੁਣ ਆਪਾਂ ਇੱਕ ਪੈਸੇਜ ਪੜ੍ਹਨਾ ਉਹਨੂੰ ਕੰਪਰੀਹੈਂਡ ਕਰਾਂਗੇ ਤੇ ਉਹਦੇ ਕੁਐਸਚਨਸ ਦੇ ਜਵਾਬ ਦਾਂਗੇ। So let's read the passage। The Himalayas are the highest mountains on earth। ਹਿਮਾਲਿਆ ਦੀਆਂ ਪਹਾੜੀਆਂ ਇਸ ਧਰਤੀ ਦੀਆਂ ਸਭ ਤੋਂ ਉੱਚੀਆਂ ਪਹਾੜੀਆਂ ਹਨ। The mountains are covered with snow। ਇਹ ਪਹਾੜੀਆਂ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ। The highest peak ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ is 8,848 meters above sea level। ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਮੁੰਦਰ ਦੇ ਤਲ ਤੋਂ 8848 ਮੀਟਰ ਦੀ ਉਚਾਈ ਤੇ ਹੈ। Tenzing Norgay and Edmund Hillary were the first two people to set foot on Mount Everest। Tenzing Norgay ਜੋ ਕਿ ਨੇਪਾਲ ਦਾ ਸੀ ਅਤੇ ਐਡਮੰਡ ਹਿਲੇਰੀ ਜੋ ਕਿ ਨਿਊਜ਼ੀਲੈਂਡ ਦਾ ਸੀ ਇਹ ਦੋਨੋਂ ਪਹਿਲੇ ਲੋਕ ਸਨ ਜਿਨ੍ਹਾਂ ਨੇ ਇਸ ਉੱਚੀ ਮਾਊਂਟ ਐਵਰੈਸਟ ਤੇ ਸਭ ਤੋਂ ਪਹਿਲਾਂ ਪੈਰ ਰੱਖਿਆ। Since then ਉਦੋਂ ਤੋਂ many people have successfully scaled the peak। ਕਈ ਲੋਕਾਂ ਨੇ ਇਸ ਚੜ੍ਹਾਈ ਨੂੰ ਸਰ ਕੀਤਾ। ਅਵਤਾਰ ਸਿੰਘ ਚੀਮਾ was the first Indian to reach Everest। ਅਵਤਾਰ ਸਿੰਘ ਚੀਮਾ ਸਭ ਤੋਂ ਪਹਿਲਾ ਇੰਡੀਅਨ ਸੀ ਭਾਰਤੀ ਸੀ ਇਸ ਐਵਰੈਸਟ ਤੇ ਪਹੁੰਚਣ ਵਾਲਾ। Many climbers have also died while attempting to reach the peak। ਕਈ ਪਰਵਤਰੋਹੀ ਇਸ ਚੋਟੀ ਨੂੰ ਚੜ੍ਹਨ ਦੀ ਕੋਸ਼ਿਸ਼ ਕਰਦੇ ਕਰਦੇ ਮਰ ਗਏ। Some climbers have reported that they have seen large human-like footprints in the snow। ਕਈ ਪਰਵਤਰੋਹੀ ਯਾਨੀ ਪਰਵਤ ਚੜ੍ਹਨ ਵਾਲਿਆਂ ਨੇ ਇਹ ਰਿਪੋਰਟ ਦਿੱਤੀ ਕਿ ਉਹਨਾਂ ਨੇ ਇੱਕ ਬਹੁਤ ਵੱਡੇ ਪੈਰ ਜੋ ਕਿ ਆਦਮੀਆਂ ਦੇ ਪੈਰ ਵਰਗੇ ਸਨ ਸਨੋ ਵਿੱਚ ਉਹਨਾਂ ਨੇ ਦੇਖੇ। There is a myth that a snowman called Yeti lives there। ਇਹ ਇੱਕ ਮਿਥਿਹਾਸ ਹੈ ਕਿ ਉਸ ਜਗ੍ਹਾ ਤੇ ਇੱਕ snowman ਰਹਿੰਦਾ ਹੈ ਜਿਸ ਦਾ ਨਾਮ Yeti ਹੈ। ਓਕੇ ਸੋ ਹੁਣ ਕੁਐਸਚਨਸ ਦੇ ਆਪਾਂ ਆਨਸਰ ਕਰਦੇ ਹਾਂ। Which are the highest mountains in the world? ਸੋ ਆਪਾਂ ਕੀ ਲਿਖਾਂਗੇ Himalayas are the highest mountains in the world। Second, what is the height of the highest peak in the world? 8,848 meters is the height of the highest peak in the world। Who were the first people to set foot on Mount Everest? Tenzing Norgay and Edmund Hillary were the first people to set foot on the Mount Everest। What was the name of the first Indian to scale Everest? Avatar Singh Cheema was the first Indian to scale Everest। What is the name given to the snowman that some people believe lives there? So answer ਕੀ ਦਾ Yeti। Second, give meanings of the following words। ਹੁਣ ਇਹਨਾਂ ਦੇ meaning ਦੱਸਣੇ ਹਨ। myth ਮਿਥਿਹਾਸ, footprints ਪੈਰਾਂ ਦੇ ਨਿਸ਼ਾਨ, climbers ਪਰਵਤ ਰੋਹੀ ਜਾਂ ਪਹਾੜ ਚੜਨ ਵਾਲੇ। Activity 10, match the following phrases with the right pictures and write them in the space given under the picture symbols। ਸੋ ਇਹ ਕੁਝ phrases ਦਿੱਤੇ ਗਏ ਹਨ। go straight ahead ਸਿੱਧੇ ਜਾਓ, turn right ਸੱਜੇ ਮੁੜੋ, go down the road ਰੋਡ ਦੇ ਨਾਲ ਨਾਲ ਅੱਗੇ ਵੱਲ ਚੱਲੋ, go past ਤੋਂ ਅੱਗੇ ਵਧੋ, take the exit ਇੱਥੋਂ ਮੁੜੋ, turn left ਖੱਬੇ ਮੁੜੋ। ਠੀਕ ਹੈ ਤੇ ਇਹਨਾਂ ਨੂੰ ਆਪਾਂ ਮਿਲਾਣਾ ਕਿਹਦੇ ਨਾਲ ਹੈ ਨੀਚੇ ਜੋ ਪਿਕਚਰਸ ਦਿੱਤੀਆਂ ਹੋਈਆਂ। ਸੋ ਸਭ ਤੋਂ ਪਹਿਲੀ ਪਿਕਚਰ ਕੀ ਹੈ go down the road। ਓਕੇ next go straight ahead। next ਹੈ go past the toy shop। toy shop ਤੋਂ ਅੱਗੇ ਚੱਲੋ। ਅਗਲਾ ਕੀ ਹੈ exit ਉੱਥੇ ਕੀ ਆਊਗਾ take the exit। next ਹੈ turn left
ਤੇ ਉਸ ਤੋਂ ਅੱਗੇ turn right. The teacher will read the directions and the students will match them with the appropriate symbol. Next, activity 11. Refer to appendix 1 for text at page number 1 to 3. Listen carefully to 2 phone messages that were there in your voicemail. Your teacher will read them twice. ਹੁਣ ਦੋ ਮੈਸੇਜ ਆਏ ਨੇ, ਠੀਕ ਹੈ, voicemail ਦੇ, ਤੁਸੀਂ ਉਹਨਾਂ ਨੂੰ ਸੁਣਨਾ ਵਾ ਤੇ ਉਹਨਾਂ ਦਾ ਕਰਨਾ ਕੀ ਹੈ. Write the following sentences from the messages in the correct group. Message 1 and message 2. ਦੋ ਮੈਸੇਜ ਹੋਣਗੇ. So message 1 ਵਿੱਚ message 1 ਲਿਖਣਾ ਤੇ message 2 ਵਿੱਚ message 2 ਬਾਰੇ ਲਿਖਣਾ ਹੈ, ਠੀਕ ਹੈ. So ਇਹਦੀਆਂ ਡਾਇਰੈਕਸ਼ਨਸ ਦੇਖ ਲੈਂਦੇ ਆ. The message was at 4:45. ਹੁਣ ਇੱਕ ਮੈਸੇਜ ਜਿਹੜਾ ਹੈਗਾ ਉਹ 4:45 ਵਜੇ ਆਇਆ. 4:45 ਹੁੰਦਾ 5 ਵਜਣ ਤੋਂ 15 ਮਿੰਟ ਪਹਿਲਾਂ ਦਾ ਸਮਾਂ, ਯਾਨੀ 4:45. The woman says thank you for the birthday message. Woman ਕੀ ਕਹਿੰਦੀ ਹੈ? ਬਰਥਡੇ ਮੈਸੇਜ ਵਾਸਤੇ ਧੰਨਵਾਦ. The woman describes the house. Woman house ਬਾਰੇ ਵਰਣਨ ਕਰਦੀ ਹੈ. The woman gives directions. Woman direction ਬਾਰੇ ਦੱਸਦੀ ਹੈ ਕਿ ਉਸ ਦੇ ਘਰ ਦੀ ਡਾਇਰੈਕਸ਼ਨ ਕੀ ਹੈ. The woman talks about a swimming pool. Woman ਆਪਣੇ ਮੈਸੇਜ ਵਿੱਚ ਇੱਕ ਸਵਿਮਿੰਗ ਪੂਲ ਬਾਰੇ ਵੀ ਦੱਸਦੀ ਹੈ. The woman talks about a bank. Woman bank ਬਾਰੇ ਵੀ ਦੱਸਦੀ ਹੈ, ਠੀਕ ਹੈ. ਸੋ ਇਹ ਸਾਰੀਆਂ ਚੀਜ਼ਾਂ ਆਪਾਂ ਲਿਖਣੀਆਂ ਹਨ ਮੈਸੇਜ 1 ਮੈਸੇਜ 2. ਸੋ ਆਪਾਂ ਮੈਸੇਜ 1 ਦੇਖਦੇ ਹਾਂ. ਮੈਸੇਜ 1 ਚ ਕੀ ਕਿਹਾ ਗਿਆ ਹੈ? ਜੋ ਗੱਲਾਂ ਮੈਸੇਜ 1 ਚ ਕਹੀਆਂ ਗਈਆਂ ਆਪਾਂ ਉੱਪਰ ਦਿੱਤੀਆਂ ਹੋਈਆਂ ਸਟੇਟਮੈਂਟਸ ਵਿੱਚੋਂ ਪਿਕ ਕਰਾਂਗੇ ਤੇ ਮੈਸੇਜ 1 ਚ ਲਿਖ ਦਾਂਗੇ, ਤੇ ਜੋ ਸਟੇਟਮੈਂਟਸ ਮੈਸੇਜ 2 ਲਈ ਕਹੇ ਗਏ ਹਨ ਉਹ ਆਪਾਂ ਮੈਸੇਜ 2 ਚ ਲਿਖ ਦਾਂਗੇ. ਆਓ ਆਪਾਂ ਮੈਸੇਜ ਪੜ੍ਹੀਏ. ਮੈਸੇਜ ਨੰਬਰ 1 received today at 4:15 PM. ਮੈਸੇਜ 1 ਕਦੋਂ ਰਿਸੀਵ ਹੋਇਆ? 4:15 ਵਜੇ, ਠੀਕ ਹੈ. Hi, it's me, Radha. Hi, ਮੈਂ ਰਾਧਾ ਬੋਲ ਰਹੀ ਹਾਂ. How have you been? ਤੂੰ ਕਿੱਦਾਂ ਹੈ? First of all, thank you. ਸਭ ਤੋਂ ਪਹਿਲਾਂ ਤੇਰਾ ਧੰਨਵਾਦ. Thank you for the birthday message. ਤੇਰਾ ਧੰਨਵਾਦ ਜਿਹੜਾ ਕਿ ਤੂੰ ਮੈਨੂੰ ਬਰਥਡੇ ਮੈਸੇਜ ਕੀਤਾ. That was so nice of you. ਇਹ ਬਹੁਤ ਅੱਛਾ ਸੀ. I am organizing a party for my birthday. ਮੈਂ ਆਪਣੇ ਬਰਥਡੇ ਵਾਸਤੇ ਪਾਰਟੀ ਆਰਗੇਨਾਈਜ਼ ਕਰ ਰਹੀ ਹਾਂ. I am just calling my selected friends. ਮੈਂ ਜਸਟ ਆਪਣੇ ਚੁਣਿੰਦਾ ਫਰੈਂਡਸ ਨੂੰ ਕਾਲ ਕਰ ਰਹੀ ਹਾਂ. So you have to be there. ਇਸ ਕਰਕੇ ਤੈਨੂੰ ਵੀ ਉੱਥੇ ਹੋਣਾ ਪਏਗਾ. I am organizing it at my cousin's farm house. ਮੈਂ ਆਪਣੇ ਕਜ਼ਨ ਦੇ ਫਾਰਮ ਹਾਊਸ ਵਿੱਚ ਇਸ ਪਾਰਟੀ ਨੂੰ ਆਰਗੇਨਾਈਜ਼ ਕਰ ਰਹੀ ਹਾਂ. which also has a swimming pool. ਜਿਸ ਵਿੱਚ ਸਵਿਮਿੰਗ ਪੂਲ ਵੀ ਹੈ. I would love to see you there. ਮੈਨੂੰ ਬਹੁਤ ਅੱਛਾ ਲੱਗੇਗਾ ਤੈਨੂੰ ਉੱਥੇ ਦੇਖਣਾ. It's going to be this Friday. ਇਹ ਇਸ ਫਰਾਈਡੇ ਨੂੰ ਅਰੇਂਜ ਕੀਤੀ ਹੋਈ ਹੈ. I'll send you the address and instructions on how to get there later. Okay? ਮੈਂ ਤੁਹਾਨੂੰ ਬਾਅਦ ਵਿੱਚ ਇਨਸਟਰਕਸ਼ਨਸ ਭੇਜ ਦਾਂਗੀ ਕਿ ਇੱਥੋਂ ਦਾ ਐਡਰੈਸ ਕੀ ਹੈ ਤੇ ਪਹੁੰਚਣਾ ਕਿੱਦਾਂ ਹੈ, ਠੀਕ. ਸੋ ਇਹ ਸੀ ਸਾਡਾ ਪਹਿਲਾ ਮੈਸੇਜ. ਸੋ ਆਪਾਂ ਉਧਰ ਜਾ ਕੇ ਦੇਖਦੇ ਹਾਂ ਕਿ ਇਸ ਪਹਿਲੇ ਮੈਸੇਜ ਵਿੱਚ ਕਿਹੜੀਆਂ ਲਾਈਨਸ ਕਵਰ ਹੁੰਦੀਆਂ ਹਨ. ਸੋ ਫਸਟ ਕੀ ਹੈ? The message was at 4:45. ਸੋ ਇਹ ਤਾਂ ਨਹੀਂ ਹੋ ਸਕਦਾ ਕਿਉਂਕਿ ਉਹ ਸਾਡਾ ਕੀ ਆਇਆ ਸੀ 4:04, 4:15 ਵਜੇ ਆਇਆ ਸੀ. ਸੋ ਇਹ ਮੈਸੇਜ 2 ਵਾਸਤੇ ਹੋਏਗਾ. The woman says thank you for the birthday message. ਹਾਂ, ਇਹ ਲਾਈਨ ਆਈ ਸੀ ਨਾ. ਸੋ ਮੈਸੇਜ 1 ਵਿੱਚ ਇਹ ਲਾਈਨ ਆ ਜਾਏਗੀ. The woman describes the house. ਇਹਦੇ ਬਾਰੇ ਹਜੇ ਕੋਈ ਗੱਲ ਨਹੀਂ ਹੋਈ. The woman gives a direction ਵੀ ਨਹੀਂ ਦਿੱਤੀਆਂ ਉਹਨੇ ਹਜੇ, ਹਨਾ. The woman talks about a swimming pool. ਸਵਿਮਿੰਗ ਪੂਲ ਬਾਰੇ ਉਹਨੇ ਜ਼ਰੂਰ ਗੱਲ ਕੀਤੀ ਸੀ ਮੈਸੇਜ 1 ਵਿੱਚ, ਠੀਕ ਹੈ. ਸੋ ਇਹ ਇੱਥੇ ਆ ਜਾਏਗਾ. The woman talks about a bank. woman ਨੇ ਬੈਂਕ ਬਾਰੇ ਗੱਲ ਕੀਤੀ. ਸੋ ਬੈਂਕ ਬਾਰੇ ਮੈਸੇਜ 1 ਚ ਕੋਈ ਗੱਲ ਨਹੀਂ ਹੋਈ, ਠੀਕ ਹੈ. ਸੋ ਵੈਸੇ ਇੱਕ ਗੱਲ ਕਲੀਅਰ ਹੈ ਕਿ ਜੋ ਮੈਸੇਜ 1 ਚ ਨਹੀਂ ਗੱਲ ਹੋਈ ਉਹ ਮੈਸੇਜ 2 ਚ ਹੋਏਗੀ, ਪਰ ਆਪਾਂ ਫਿਰ ਵੀ ਹੁਣ ਦੇਖਦੇ ਹਾਂ ਮੈਸੇਜ 2. ਮੈਸੇਜ ਨੰਬਰ 2 received today at 4:45 PM. 4:45 ਵਜੇ ਜਿਹੜਾ ਮੈਸੇਜ ਆਇਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ. Oh, I again have to send this message to your voicemail. ਕਿ ਮੈਂ ਤੁਹਾਡੇ ਲਈ ਇੱਕ ਮੈਸੇਜ ਭੇਜ ਰਹੀ ਹਾਂ ਤੁਹਾਡੇ voicemail ਵਿੱਚ. Okay, here are the instructions to get to my cousin's farm house for the party. ਇਹ ਹਨ ਹਦਾਇਤਾਂ ਮੇਰੇ ਕਜ਼ਨ ਦੇ ਫਾਰਮ ਹਾਊਸ 'ਚ ਪਹੁੰਚਣ ਦੀਆਂ ਮੇਰੀ ਪਾਰਟੀ ਲਈ. If you take the car, ਜੇ ਤੁਸੀਂ ਕਾਰ ਤੇ ਆਂਦੇ ਹੋ, drive straight on Forest Road, ਤਾਂ Forest Road ਤੋਂ ਸਿੱਧਾ ਡਰਾਈਵ ਕਰਦੇ ਹੋਏ ਆਓ until you get to the National Highway 36. ਜਦ ਤੱਕ ਕਿ ਤੁਸੀਂ ਰਾਸ਼ਟਰੀ ਮਾਰਗ 36 ਤੇ ਨਹੀਂ ਪਹੁੰਚ ਜਾਂਦੇ. Go straight for 3 kilometers till you reach Punjab National Bank on your right. ਤੁਸੀਂ ਹੁਣ 3 ਕਿਲੋਮੀਟਰ ਸਿੱਧਾ ਜਾਣਾ ਹੈ ਜਦ ਤੱਕ ਕਿ ਤੁਸੀਂ ਆਪਣੇ ਸੱਜੇ ਹੱਥ ਪੰਜਾਬ ਨੈਸ਼ਨਲ ਬੈਂਕ ਨਹੀਂ ਦੇਖ ਲੈਂਦੇ. Drive past ਪੰਜਾਬ ਨੈਸ਼ਨਲ ਬੈਂਕ and take the third exit at the roundabout. ਪੰਜਾਬ ਨੈਸ਼ਨਲ ਬੈਂਕ ਤੋਂ ਅੱਗੇ ਜਾਂਦੇ ਹੋਏ ਤੀਜਾ ਨਿਕਾਸ ਮਾਰਗ ਤੁਸੀਂ ਉਸ ਗੋਲ ਚੱਕਰ ਤੋਂ ਲੈਣਾ ਹੈ. ਤੀਜਾ ਨਿਕਾਸ ਮਾਰਗ ਕਿਹੜਾ ਹੋ ਗਿਆ? ਗੋਲ ਚੱਕਰ ਬਣਿਆ ਹੋਇਆ ਪਹਿਲਾ ਨਿਕਾਸ ਮਾਰਗ ਹੋਏਗਾ ਲੈਫਟ, ਦੂਜਾ ਨਿਕਾਸ ਮਾਰਗ ਕਿਹੜਾ ਹੋਏਗਾ? ਜਿਹੜਾ ਸਿੱਧਾ ਜਾਂਦਾ, ਤੇ ਤੀਜਾ ਜੋ ਰਾਈਟ, ਠੀਕ ਹੈ. ਸੋ ਇਹਨੇ ਰਾਈਟ ਟਰਨ ਨਹੀਂ ਕਿਹਾ, ਇਹਨੇ ਕਿਹਾ ਥਰਡ ਐਗਜ਼ਿਟ ਲੈਣਾ ਹੈ, ਮਤਲਬ ਤੁਸੀਂ ਰਾਈਟ ਟਰਨ ਕਰਨਾ ਹੈ, ਠੀਕ ਹੈ. ਤੀਜਾ ਨਿਕਾਸ ਮਾਰਗ ਉਸ ਚੌਂਕ ਤੋਂ ਲੈਣਾ ਹੈ. You drive
ਡਰਾਈਵ ਡਾਊਨ ਦ ਰੋਡ देयर ਐਂਡ ਟਰਨ ਲੈਫਟ। ਤੁਸੀਂ ਉਸ ਰੋਡ ਦੇ ਨਾਲ ਜਾਣਾ ਹੈ ਅਤੇ ਅੱਗੇ ਜਾ ਕੇ ਖੱਬੇ ਹੱਥ ਮੁੜ ਜਾਣਾ ਹੈ। ਇਟਸ ਦਾ ਫਰਸਟ ਬਿਗ ਫਾਰਮ ਹਾਊਸ ਔਨ ਦਾ ਰਾਈਟ। ਤੇ ਜਦੋਂ ਤੁਸੀਂ ਖੱਬੇ ਹੱਥ ਮੁੜੋਗੇ, ਖੱਬੇ ਹੱਥ ਮੁੜਦਿਆਂ ਸਾਰ ਇਹ ਪਹਿਲਾ ਹੀ ਵੱਡਾ ਫਾਰਮ ਹਾਊਸ ਹੋਏਗਾ ਜੋ ਕਿ ਤੁਹਾਡੀ ਰਾਈਟ ਸਾਈਡ ਤੇ ਹੋਏਗਾ। ਓਕੇ, ਦਾ ਫਾਰਮ ਹਾਊਸ ਨੰਬਰ ਇਜ਼ 52 BB। ਦਿਸ ਇਜ਼ ਗੋਇੰਗ ਟੂ ਬੀ ਸੋ ਗ੍ਰੇਟ। ਫਾਰਮ ਹਾਊਸ ਦਾ ਨੰਬਰ ਹੈ 52 BB। ਇਹ ਹੁਣ ਬਹੁਤ ਮਜ਼ਾ ਆਏਗਾ ਸਾਨੂੰ ਜਦੋਂ ਤੁਸੀਂ ਉੱਥੇ ਹੋਵੋਗੇ। ਸੋ ਇਹ ਸੀ ਸੈਕਿੰਡ ਮੈਸੇਜ। ਹੁਣ ਆਪਾਂ ਦੇਖਦੇ ਹਾਂ ਕਿਹੜੀਆਂ ਗੱਲਾਂ ਸੈਕਿੰਡ ਮੈਸੇਜ ਵਿੱਚ ਆਈਆਂ ਹਨ। ਆਪਾਂ ਦੁਬਾਰਾ ਦੇਖਦੇ ਹਾਂ। ਦਿਸ ਮੈਸੇਜ ਵਾਸ ਐਟ 4:45। ਸੋ 5 ਵਜੇ ਨੂੰ ਕੁਆਟਰ ਟਾਈਮ ਯਾਨੀ 15 ਮਿੰਟ ਰਹਿੰਦੇ ਨੂੰ ਇਹ ਮੈਸੇਜ ਆਇਆ। ਬਿਲਕੁਲ ਠੀਕ ਹੈ, 4:45 ਤੇ ਆਇਆ। ਦ ਵੂਮਨ ਸੇਜ਼ ਥੈਂਕ ਯੂ ਫॉर ਦ ਬਰਥਡੇ ਮੈਸੇਜ। ਨਹੀਂ, ਦ ਵੂਮਨ ਡਿਸਕ੍ਰਾਈਬਸ ਦ ਹਾਊਸ। ਯੈਸ, ਓਕੇ, ਸੋ ਇਹ ਮੈਸੇਜ ਸੈਕਿੰਡ ਵਿੱਚ ਆਏਗਾ। ਨੈਕਸਟ, ਦ ਵੂਮਨ ਗਿਵਸ ਦ ਡਾਇਰੈਕਸ਼ਨ। ਬਿਲਕੁਲ ਠੀਕ ਹੈ, ਸੈਕਿੰਡ ਮੈਸੇਜ ਵਿੱਚ ਆਏਗਾ। ਦ ਵੂਮਨ ਟਾਕਸ ਅਬਾਊਟ ਅ ਸਵਿਮਿੰਗ ਪੂਲ। ਨਹੀਂ, ਸੈਕਿੰਡ ਮੈਸੇਜ ਵਿੱਚ ਸਵਿਮਿੰਗ ਪੂਲ ਬਾਰੇ ਕੋਈ ਗੱਲ ਨਹੀਂ ਹੋਈ। ਦ ਵੂਮਨ ਟਾਕਸ ਅਬਾਊਟ ਅ ਬੈਂਕ। ਹਾਂ, ਪੰਜਾਬ ਨੈਸ਼ਨਲ ਬੈਂਕ ਬਾਰੇ ਮੈਸੇਜ 2 ਚ ਗੱਲ ਹੋਈ। ਠੀਕ ਹੈ, ਸੋ ਇਹ ਸੀ ਸਾਡਾ ਲਾਸਟ ਲੈਸਨ ਜੋ ਕਿ ਪੜ੍ਹ ਕੇ ਅਤੇ ਉਸ ਦੀ ਐਕਸਰਸਾਈਜ਼ ਕਰਕੇ ਵੀ ਉਨਾ ਹੀ ਮਜ਼ਾ ਆਇਆ ਜਿੰਨਾ ਕਿ ਲੈਸਨ ਪੜ੍ਹ ਕੇ ਆਇਆ ਸੀ। ਠੀਕ, ਸੋ ਉਮੀਦ ਕਰਦਾ ਹਾਂ ਤੁਸੀਂ ਵੀ ਉਨਾ ਹੀ ਇੰਜੋਏ ਕੀਤਾ ਹੋਵੇਗਾ। ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਤੇ ਸਾਰੀ 6th ਕਲਾਸ ਤੋਂ ਤੁਹਾਨੂੰ ਕੁਝ ਨਾ ਕੁਝ ਇੰਗਲਿਸ਼ ਦਾ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਸੋ ਇੰਨਾ ਹੀ ਸ਼ੁਭ ਇੱਛਾਵਾਂ ਸਹਿਤ ਇਸੇ ਤਰ੍ਹਾਂ ਹੀ ਵਧੀਆ ਪੜ੍ਹਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜੋ ਕਿ ਰਿਗਾਰਡਿੰਗ ਦ ਟ੍ਰਾਂਸਲੇਸ਼ਨ ਹੋਏਗੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਵੈਰੀ ਮਚ।